सत श्री अकाल जी, स्वागत है तुहाडा सारिਆਂ ਦਾ। ਤੁਸੀਂ ਵੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ ਹਾਜ਼ਰ ਹਾਂ ਲੈ ਕੇ ਬੁਲੇਟਿਨ ਪੰਜਾਬ ਲਾਈਵ। ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ, ਜਿੱਥੇ ਐਨਆਈਏ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ 에ਅਰਪੋਰਟ ਤੋਂ ਇੱਕ ਖਾਲਿਸਤਾਨੀ ਦਹਿਸ਼ਤਗਰਦ ਗ੍ਰਿਫਤਾਰ ਕੀਤਾ ਗਿਆ ਹੈ। ਖਾਲਿਸਤਾਨੀ ਦਹਿਸ਼ਤਗਰਦ ਗੁਰਜੀਤ ਸਿੰਘ ਨਿੱਜਰ ਦੀ ਗ੍ਰਿਫਤਾਰੀ ਹੋਈ ਹੈ। ਸਾਈਪਰਸ ਦੇ ਵਿੱਚ ਲੰਬੇ ਸਮੇਂ ਤੋਂ ਗੁਰਜੀਤ ਲੁਕਿਆ ਹੋਇਆ ਸੀ, ਲੰਬੇ ਸਮੇਂ ਤੋਂ ਫਰਾਰ ਸੀ ਗੁਰਜੀਤ, ਜਿਸ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। खालिस्तानी दहशतगर्द साइप्रस ਦੇ ਵਿੱਚ ਲੁਕਿਆ ਹੋਇਆ ਸੀ, ਲੰਬੇ ਸਮੇਂ ਤੋਂ ਫਰਾਰ ਸੀ ਗੁਰਜੀਤ, ਜਿਸ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਐਨਆਈਏ ਨੂੰ ਇਹ ਵੱਡੀ ਕਾਮਯਾਬੀ ਦੱਸੀ ਜਾ ਸਕਦੀ ਹੈ। ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਨੇ ਗੁਰਜੀਤ ਦੇ ਸਿਰ। ਸਾਈਪਰਸ ਦੇ ਵਿੱਚੋਂ ਇਸ ਦੀ ਸੂਹ ਮਿਲੀ, ਦਿੱਲੀ 에ਅਰਪੋਰਟ ਤੇ ਇਸ ਨੂੰ गिरफ्तार किया गया। लंबे समय तो साइप्रस दे विच लुकिया होया सी गुरजीत। खालिस्तानी दहशतगर्द है गुरजीत सिंह निज्जर ते यकीनन नैशनल इन्वेस्टिगेशन एजेंसी दी वड्डी कामयाबी ये कही जा सकती है। उधर फिरोजपुर तो फायरिंग की वारदात सामने आई है, जिथे एक औरत ते गोली लगी है। जख्मी महिला नूं फरीदकोट मैडिकल दे लई रैफर कर दिता गया। तो अंदाज दईए फिरोजपुर दे विच बीते 3 दिनां च तीजी वार गोलीबारी की वारदात सामने आई। एक औरत दे गोली लगी है, जिस नूं फरीदकोट मैडिकल कॉलेज लई रैफर कर दिता गया। 3 दिनां दे विच तीजी वारदात फिरोजपुर दे विच वापरी है। ਜ਼ਾਹਰ ਤੌਰ ਤੇ ਇਹ ਘਟਨਾਵਾਂ ਕਾਨੂੰਨ ਵਿਵਸਥਾ ਨੂੰ ਚਿੱਕੇ ਟੰਗਦੀਆਂ ਨੇ ਤੇ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਇਹਨਾਂ ਬਦਮਾਸ਼ਾਂ ਨੂੰ ਕੋਈ ਖੌਫ ਨਹੀਂ ਰਹਿ ਗਿਆ ਹੈ ਪੁਲਿਸ ਪ੍ਰਸ਼ਾਸਨ ਦਾ, ਕਾਨੂੰਨ ਦਾ। ਫਿਲਹਾਲ ਜ਼ਖਮੀ ਮਹਿਲਾ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਤੋਂ ਫਾਇਰਿੰਗ ਦੀ ਇਹ ਤੀਜੀ ਵਾਰਦਾਤ 3 ਦਿਨਾਂ ਦੇ ਵਿੱਚ ਸਾਹਮਣੇ ਆਈ ਹੈ। ਉਹਨਾਂ ਦੀ ਗੋਲੀ ਵੱਜੀ, ਪੈਰ ਤੇ ਵੱਜੀ। ਕਿੰਨਾਂ ਨੇ ਮਾਰੀ ਹੈ? ਇਹ ਰਾਣਾ ਚੌਧਰੀ ਨੇ, ਰੈਣੋ ਚੌਧਰੀ ਵਜਦਾ ਦਾ ਨਾਮ ਹੈ ਤੇ ਨਾਲ ਹੈਗਾ ਮੁੰਡਾ ਪਾਰਸ, ਉਹ ਵੀ ਨਾਲ ਹੀ। ਤੇ ਮੁੰਡੇ ਮੰਡੇ ਲਿਆ ਕੇ ਨਾ ਸਾਨੂੰ ਧਮਕੀਆਂ ਦਿੰਦੇ। ਅੱਜ ਸਾਡੇ ਨੇ ਗਲੇ ਪਵਾਏ, ਪਿਸਤੌਲਾਂ ਲਿਆ ਕੇ, ਕਾਪੇ ਲਿਆ ਕੇ ਇਹਨਾਂ ਨੇ ਅੱਜ ਸਾਡੇ ਤੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਇਹਨਾਂ ਨੇ ਤੇ ਸਾਨੂੰ ਡਰਾਉਂਦੇ ਸੀ ਅੱਜ। ਤੇ ਮੰਮੀ ਦੇ ਜ਼ਖਮੀ ਹਾਲਤ 'ਚ ਪਈ। ਇਹ ਅਸੀਂ ਇਹਨੂੰ ਰੋਕਦੇ ਰਹੇ, ਸਾਡੀ ਗਲੀ ਦੇ ਵਿੱਚ ਆ ਕੇ ਚਿੱਟਾ ਵੇਚਦਾ ਸੀ। ਅਸੀਂ ਇਹਨੂੰ ਬੜੀ ਵਾਰੀ ਸਮਝਾਇਆ, ਬਾਕੀ ਸਮਝਿਆ ਨਹੀਂ। ਇਹ ਸਾਨੂੰ ਘਰੇ ਆ ਕੇ ਧਮਕੀਆਂ ਦੇਣ ਲੱਗ ਪਿਆ ਸੀ। ਸੋ ਇੱਕ ਔਰਤ ਦੇ ਗੋਲੀ ਲੱਗਦੀ ਹੈ, ਜ਼ਖਮੀ ਮਹਿਲਾ ਨੂੰ ਫਰੀਦਕੋਟ ਮੈਡੀਕਲ ਰੈਫਰ ਕਰ ਦਿੱਤਾ ਜਾਂਦਾ ਹੈ। ਪਰ ਸਵਾਲ ਇੱਥੇ ਇਹ ਹੈ ਕਿ ਆਖਰ ਅਜਿਹੀਆਂ ਵਾਰਦਾਤਾਂ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਦਮ ਕਿਉਂ ਨਹੀਂ ਚੁੱਕਿਆ ਜਾ ਰਿਹਾ? ਆਖਰ ਕਿਉਂ ਅਜਿਹੇ ਸਖਤ ਕਦਮ ਨਹੀਂ ਚੁੱਕੇ ਜਾ ਰਹੇ ਕਿ ਇਹਨਾਂ ਬਦਮਾਸ਼ਾਂ ਦੇ ਹੌਸਲਿਆਂ ਨੂੰ ਥੋੜੀ ਠੱਲ ਪਵੇ? ਕਿਉਂਕਿ ਲਗਾਤਾਰ ਤੀਜੇ ਦਿਨ ਤੀਜੀ ਵਾਰਦਾਤ ਦਾ ਸਾਹਮਣੇ ਆਉਣਾ ਕਈ ਗੰਭੀਰ ਸਵਾਲ ਪੁਲਿਸ ਪ੍ਰਸ਼ਾਸਨ ਤੇ ਫਿਰੋਜ਼ਪੁਰ ਦੀ ਕਾਨੂੰਨ ਵਿਵਸਥਾ ਤੇ ਵੀ ਖੜੇ ਕਰਦਾ ਹੈ। ਹਾਲਾਂਕਿ ਇਸ ਮਹਿਲਾ ਦੇ ਪੈਰ ਤੇ ਗੋਲੀ ਲੱਗੀ ਹੈ, ਪਰ ਬਾਵਜੂਦ ਇਸ ਦੇ ਇਹਨਾਂ ਤਸਵੀਰਾਂ ਦਾ, ਇਹਨਾਂ ਘਟਨਾਵਾਂ ਦਾ ਸਾਹਮਣੇ ਆਉਣਾ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਤੇ ਹੁਣ ਉਸ ਨਾਪਾਕ ਸਾਜ਼ਿਸ਼ ਦੀ ਗੱਲ ਕਰਾਂਗੇ ਜੋ ਬੇਨਕਾਬ ਹੋਈ ਹੈ। ਪਾਕਿਸਤਾਨ ਦੀ ਇਹ ਨਾਪਾਕ ਸਾਜ਼ਿਸ਼, ਜਿੱਥੇ ਗੁਰਦਾਸਪੁਰ ਸਰਹੱਦ ਨੇੜਿਓਂ AK-47 ਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ। ਇਸ ਤੋਂ ਪਹਿਲਾਂ 11 ਹੈਂਡ ਗ੍ਰਨੇਡ ਵੀ ਬਰਾਮਦ ਹੋਏ ਸਨ। ਤੁਹਾਨੂੰ ਯਾਦ ਹੋਏਗਾ, ਸਵਾਲ ਇਹ ਖੜਾ ਹੁੰਦਾ ਹੈ ਕਿ ਪਾਕਿਸਤਾਨ ਕੀ ਕਿਸਾਨੀ ਅੰਦੋਲਨ ਦਾ ਫਾਇਦਾ ਚੁੱਕ ਕੇ ਆਪਣੇ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਹੈ ਕਿ ਮੁੜ ਤੋਂ ਹਿੰਦੁਸਤਾਨ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ ਪਾਕਿਸਤਾਨ? ਇਸ ਰਿਪੋਰਟ ਰਾਹੀਂ ਜਾਣਦੇ ਹਾਂ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਜਿੱਥੋਂ ਦਾ ਕਿਸਾਨ ਗੁਆਂਢੀ ਸੂਬਿਆਂ ਦੇ ਕਿਸਾਨਾਂ ਨਾਲ ਦਿੱਲੀ ਧਰਨੇ ਤੇ ਬੈਠਾ ਹੈ ਕਿ ਕਦੋਂ ਸਰਕਾਰ 3 ਖੇਤੀ ਕਾਨੂੰਨ ਵਾਪਸ ਲਵੇ। ਪਰ ਗੁਰਦਾਸਪੁਰ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਇੱਕ ਵੱਡੀ ਸਾਜ਼ਿਸ਼ ਬੇਨਕਾਬ ਹੋਈ ਹੈ, ਜੋ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਸਰਹੱਦ ਨੇੜੇ ਡਰੋਨ ਨਾਲ ਖੇਤਾਂ ਵਿੱਚ ਸੁੱਟੇ ਗਏ ਹਥਿਆਰ ਬਰਾਮਦ ਕੀਤੇ ਨੇ, ਜਿਸ ਵਿੱਚ AK-47, 30 ਜ਼ਿੰਦਾ ਕਾਰਤੂਸ, ਇੱਕ ਮੈਗਜ਼ੀਨ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿੰਡ ਸਲਾਚ ਵਿੱਚ ਖੇਤਾਂ 'ਚੋਂ 11 ਗ੍ਰੇਨੇਡ ਬਰਾਮਦ ਹੋਏ ਸੀ।
दरअसल कुछ दिन पहला गुरदासपुर बॉर्डर ते एक ड्रोन नजर आया सी, जिस तो बाद पंजाब पुलिस के डीजीपी दिनकर गुप्ता ने कहा सी कि गुरदासपुर पुलिस ने इलाके दे विच तलाशी अभियान शुरू कर दिता है, जिथों एक ड्रोन दिखाई दिता सी। उन्होंने कहा कि अजिहा लगता है कि राइफल वाला एक पैकेट गुरदासपुर विच डोरागला थाना खेतर दे सलाज पिंड तो तकरीबन 1.5 किलोमीटर दूर कणक के खेतों में सुटिया गया है। हथियारों की बरामदगी कई सवाल खड़े कर रही है कि पाकिस्तान पंजाब दे विच कोई वड्डी साजिश नूं अंजाम देना चाहता है, क्योंकि पंजाब के डीजीपी कोई पहली बार इसका खुलासा नहीं कर चुके, बल्कि पहला भी अपने प्रेस नोट्स दे विच ड्रोन थ्योरी नूं स्थापित कर चुके हैं। ब्यूरो रिपोर्ट जी मीडिया। ਤੇ ਹੁਣ ਗੱਲ ਕਰੋਨਾ ਦੀ ਕਰਦੇ ਹਾਂ। ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਦੇਖੀਏ ਤਾਂ 24 ਘੰਟਿਆਂ ਦੇ ਵਿੱਚ 488 ਨਵੇਂ ਮਾਮਲੇ ਸਾਹਮਣੇ ਆਏ ਨੇ। 14 ਮਰੀਜ਼ਾਂ ਦੀ ਮੌਤ ਹੋਈ ਹੈ ਤੇ 582 ਮਰੀਜ਼ ਅਜਿਹੇ ਨੇ ਜਿਨ੍ਹਾਂ 24 ਘੰਟਿਆਂ ਦੇ ਵਿੱਚ ਠੀਕ ਹੋ ਚੁੱਕੇ ਨੇ। ਕਰੋਨਾ ਪੀੜਤਾਂ ਦਾ ਕੁੱਲ ਆંકੜਾ 1,64,145 ਪਹੁੰਚ ਚੁੱਕਿਆ ਹੈ, ਜਿਸ ਦੇ ਵਿੱਚੋਂ ਐਕਟਿਵ ਮਰੀਜ਼ 4000 ਤੋਂ ਘੱਟ ਨੇ, ਜਦਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਹੁਣ ਤੱਕ ਜਾਨ ਗਵਾ ਲਈ ਹੈ ਜਿਨ੍ਹਾਂ ਨੇ, ਉਸ ਦੀ ਗਿਣਤੀ 5243 ਹੈ ਤੇ 1,53,000 ਤੋਂ ਜ਼ਿਆਦਾ ਮਰੀਜ਼ੋਂ ਨੇ ਜੋ ਠੀਕ ਹੋ ਚੁੱਕੇ ਨੇ ਸੂਬੇ ਭਰ ਦੇ। ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰ ਲਈ ਜਾਏ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਆંકੜਿਆਂ ਦੇ ਵਿੱਚ ਲਗਾਤਾਰ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਐਸਐਸ ਨਗਰ ਦੇ ਵਿੱਚ ਗਿਣਤੀ ਜੋ 1800 ਤੋਂ ਜ਼ਿਆਦਾ ਸੀ ਉਹ ਹੁਣ 1600 ਤੋਂ ਜ਼ਿਆਦਾ ਰਹਿ ਗਈ ਹੈ, ਪਰ ਬਾਵਜੂਦ ਇਸ ਦੇ ਆંકੜੇ ਸੈਂਕੜਿਆਂ ਦੇ ਵਿੱਚ ਨੇ ਕਈ ਜ਼ਿਲ੍ਹਿਆਂ ਦੇ ਵਿੱਚ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਖਤਰੇ ਜੋ ਕਰੋਨਾ ਦੇ ਨੇ ਹਜੇ ਤੱਕ ਉਹ ਟਲੇ ਨਹੀਂ ਹਨ, ਬਰਕਰਾਰ ਨੇ ਤੇ ਇਸ ਕਰਕੇ ਅਜਿਹੇ ਮੌਸਮ ਦੇ ਵਿੱਚ ਖਾਸ ਖਿਆਲ ਆਪਣਾ ਰੱਖਣਾ ਹੋਏਗਾ। ਸੋ ਕਈ ਜ਼ਿਲ੍ਹਿਆਂ ਦੇ ਵਿੱਚ ਗਿਣਤੀ ਕੁਝ ਘੱਟ ਹੈ ਪਰ ਆંકੜੇ ਬਰਕਰਾਰ ਜ਼ਰੂਰ ਨੇ। ਅਜਿਹੇ ਦੇ ਵਿੱਚ ਸਾਵਧਾਨੀ ਬਿਲਕੁਲ ਘਟਣੀ ਨਹੀਂ ਚਾਹੀਦੀ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਇਸ ਸਖਤੀ ਦਾ तमाम ਉਹਨਾਂ ਹਦਾਇਤਾਂ ਦਾ ਪਾਲਨ ਕਰਨਾ ਚਾਹੀਦਾ ਹੈ ਜੋ ਜਾਰੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਲੋਕਾਂ ਦੇ ਫਾਇਦੇ ਦੇ ਵਿੱਚ ਹਦਾਇਤਾਂ ਨੇ। ਤੇ ਹੁਣ ਗੱਲ ਕਰਾਂਗੇ ਕਿਸਾਨੀ ਸੰਘਰਸ਼ ਦੀ। ਇਸ ਦੇ ਨਾਲ ਜੁੜੀਆਂ ਦੋ ਅਹਿਮ ਖਬਰਾਂ ਦੀ। ਪਹਿਲੀ ਖਬਰ ਜਿੱਥੇ ਕਿਸਾਨਾਂ ਦਾ ਪ੍ਰਦਰਸ਼ਨ 29ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਪੌ ਦੀ ਠੰਡ ਹੈ, ਹੱਡ ਚੀਰਵੀਂ ਠੰਡ ਦੇ ਵਿੱਚ ਲਗਾਤਾਰ ਕਿਸਾਨ ਡਟੇ ਹੋਏ ਨੇ। ਦੂਜੀ ਤਸਵੀਰ ਕਿਸ ਤਰ੍ਹਾਂ ਕਿਸਾਨ ਆਗੂਆਂ ਦੀ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ, ਉਹ ਵੀ ਤੁਹਾਨੂੰ ਵਿਖਾਵਾਂਗੇ। ਲੜੀਵਾਰ ਭੁੱਖ ਹੜਤਾਲ ਦਾ ਵੀ ਅੱਜ ਚੌਥਾ ਦਿਨ ਹੋ ਚੱਲਿਆ। ਰੋਜ਼ ਵੱਖੋ-ਵੱਖ ਜਥੇਬੰਦੀਆਂ ਦੇ 11 ਕਿਸਾਨ ਨੇ ਜੋ ਭੁੱਖ ਹੜਤਾਲ ਤੇ ਬੈਠ ਰਹੇ ਨੇ। ਸਿੰਘੂ ਬਾਰਡਰ ਦੇ ਕਿਸਾਨ ਲਗਾਤਾਰ ਡਟੇ ਹੋਏ ਨੇ। ਕਿਸਾਨ ਸੰਯੁਕਤ ਮੋਰਚਾ ਦੀ ਅਹਿਮ ਮੀਟਿੰਗ ਵੀ ਹੋਈ। ਜਥੇਬੰਦੀਆਂ ਨੇ ਸਰਕਾਰ ਦੇ ਸੱਦੇ ਤੇ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਦੇ ਸੱਦੇ ਦੇ ਵਿੱਚ ਕੁਝ ਵੀ ਨਵਾਂ ਜਾਂ ਠੋਸ ਨਹੀਂ ਹੈ। ਕੋਈ ਠੋਸ ਪ੍ਰਸਤਾਵ ਕੇਂਦਰ ਭੇਜੇ, ਜਿਸ ਤੋਂ ਬਾਅਦ ਹੀ ਗੱਲਬਾਤ ਕਰਨਗੀਆਂ ਕਿਸਾਨ ਜਥੇਬੰਦੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਐਮਐਸਪੀ ਤੇ ਵੀ ਕੋਈ ਸਪਸ਼ਟ ਪ੍ਰਸਤਾਵ ਨਹੀਂ ਹੈ। ਬਿਨਾਂ ਕਾਨੂੰਨ ਰੱਦ ਕਰਵਾਏ ਅਸੀਂ ਵਾਪਸ ਨਹੀਂ ਜਾਵਾਂਗੇ। ਗੁਰਨਾਮ ਝੜੂਨੀ ਨੇ ਇੱਥੋਂ ਤੱਕ ਕਿਹਾ ਕਿ ਕਿਸਾਨੀ ਦੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਵੀ ਸਰਾਸਰ ਗਲਤ ਹੈ। ਪਿਛਲੇ 28 ਦਿਨਾਂ ਤੋਂ ਦਿੱਲੀ ਦੀ ਧਰਤੀ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚਾਲੇ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਕਈ ਰਾਉਂਡ ਦੀ ਹੋਈ, ਪਰ ਕਿਸੇ ਸਿੱਟੇ ਤੇ ਕੇਂਦਰ ਦੀ ਸਰਕਾਰ ਨਾ ਪਹੁੰਚ ਸਕੀ ਤੇ ਨਾ ਹੀ ਕਿਸਾਨਾਂ ਨੂੰ ਠੋਸ ਰੂਪ ਦੇ ਵਿੱਚ ਕੋਈ ਗੱਲ ਕਹੀ ਗਈ ਹੈ। ਹਾਲਾਂਕਿ ਕੇਂਦਰ ਕਹਿ ਰਿਹਾ ਹੈ ਕਿ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਪਰ ਕਿਸਾਨਾਂ ਦੀ ਜ਼ਿੱਦ ਬਰਕਰਾਰ ਹੈ ਕਿ ਕਾਨੂੰਨ ਨੂੰ ਰੱਦ ਕੀਤਾ ਜਾਵੇ। ਤੇ ਹਾਲ ਹੀ ਦੇ ਵਿੱਚ ਆਏ ਕੇਂਦਰ ਦੇ ਸੱਦੇ ਤੇ ਰੇੜਕਾ ਬਰਕਰਾਰ ਸੀ ਕਿ ਕੇਂਦਰ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਗੱਲਬਾਤ ਕਰਨ ਲਈ ਜਾਣਗੀਆਂ ਜਾਂ ਫਿਰ ਨਾ। ਉਸ ਤੇ ਵੀ ਸਥਿਤੀ ਸਪਸ਼ਟ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਸੱਦੇ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ ਤੇ ਉਸ ਸੱਦੇ ਨੂੰ ਰੱਦ ਕਰਨ ਤੋਂ ਬਾਅਦ ਕਿਹਾ ਕਿ ਕੇਂਦਰ ਨਾਲ ਗੱਲਬਾਤ ਕਰਨ ਨੂੰ ਤਿਆਰ ਆ, ਪਰ ਕੇਂਦਰ ਖੁੱਲੇ ਮਨ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਬੁਲਾਵੇ ਤੇ ਕੇਂਦਰ ਦੀ ਸਰਕਾਰ ਤੋਂ ਠੋਸ ਪ੍ਰਸਤਾਵ ਲਿਖਤੀ ਰੂਪ ਦੇ ਵਿੱਚ ਮੰਗਿਆ ਗਿਆ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜੋ ਕੇਂਦਰ ਦੀ ਸਰਕਾਰ ਨੇ ਸੱਦਾ ਕਿਸਾਨਾਂ ਨੂੰ ਭੇਜਿਆ ਸੀ ਉਸ ਤੇ ਨਾ ਸਮਾਂ ਮੁਕਰਰ ਸੀ ਤੇ ਨਾ ਹੀ ਕਿਸੇ ਥਾਂ ਦਾ ਜ਼ਿਕਰ किया गया सी। तो सरकार से अनुरोध है, पत्र जा रहा है कि बड़े मन के साथ वो किसानों को बुलाएं और एमएसपी सहित 3 कानूनों को तत्काल निरस्त करें।
ਕਿਸਾਨ ਜਥੇਬੰਦੀ ਨੇ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਸਰਕਾਰ ਕਿਸਾਨਾਂ ਦਰਮਿਆਨ ਫੁੱਟ ਪਾਉਣਾ ਚਾਹੁੰਦੀ ਹੈ ਤੇ ਕਿਸਾਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨਾਲ ਜਦੋਂ ਮੁਲਾਕਾਤ ਹੋਈ ਸੀ ਉਸ ਵੇਲੇ ਸਪਸ਼ਟ ਕੀਤਾ ਸੀ ਕਿ 3 ਕਾਨੂੰਨ ਰੱਦ ਕੀਤੇ ਜਾਣ। ਕਿਸਾਨ ਇਸ ਵਿੱਚ ਸੋਧ नहीं चाहते। सच यह है कि किसानों ने साफ गोई से बात की है, लेकिन सरकार की तरफ से इस वार्ता में तिकड़म और चालाकी का सहारा लिया गया है। इसके अलावा सरकार तथाकथित किसान नेताओं और ऐसे कागजी संगठनों के साथ समानांतर वार्ता आयोजित कर इस आंदोलन को तोड़ने का निरंतर प्रयास कर रही है, जिनका इस चल रहे इस आंदोलन से कोई संबंध ही नहीं है। ਤੇ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਤੇ ਨਸੀਹਤ ਵੀ ਦਿੱਤੀ ਜਾ ਰਹੀ ਹੈ। ਕਿਸਾਨ ਕਹਿ ਰਹੇ ਨੇ ਕਿ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ ਕਿਉਂਕਿ ਮਸਲਾ ਕਿਸਾਨਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ। ਬਿਊਰੋ ਰਿਪੋਰਟ ਜ਼ੀ ਮੀਡੀਆ। ਜਿੱਥੇ ਦਿੱਲੀ ਦੀਆਂ ਬਰੂਹਾਂ ਦੇ ਬਾਹਰ ਕਿਸਾਨ ਡਟੇ ਹੋਏ ਨੇ, ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਨੇ, ਉੱਥੇ ਹੀ ਕਾਨੂੰਨਾਂ ਦੇ ਵਿਰੋਧ ਦੀ ਅੱਗ ਕਾਰਪੋਰੇਟ ਘਰਾਣਿਆਂ ਤੱਕ ਵੀ ਪਹੁੰਚ ਚੁੱਕੀ ਹੈ। ਇਹ ਸੇਕ ਪਹੁੰਚਾਉਂਦੀਆਂ ਤਸਵੀਰਾਂ ਨੇ ਤੁਹਾਡੀ ਟੀਵੀ ਸਕਰੀਨ ਤੇ, ਜਿੱਥੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਇਹ 3 ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ। ਜੀਓ ਦੇ ਦਫ਼ਤਰ ਬੰਦ ਕਰਵਾਏ ਜਾ ਰਹੇ ਨੇ, ਕਾਰਪੋਰੇਟ ਘਰਾਣਿਆਂ ਦਾ ਵਿਰੋਧ ਲਗਾਤਾਰ ਜਾਰੀ ਹੈ, ਘਰਾਹ ਕੀਤੇ ਜਾ ਰਹੇ ਨੇ। ਮੋਗਾ, ਸ੍ਰੀ ਅਨੰਦਪੁਰ ਸਾਹਿਬ ਤੇ ਬਠਿੰਡਾ ਦੀਆਂ ਇਹ ਤਸਵੀਰਾਂ 3 ਥਾਵਾਂ ਤੋਂ ਬੇਸ਼ੱਕ ਹੋ ਸਕਦੀਆਂ ਨੇ, ਪਰ ਇਹ ਮੰਜ਼ਰ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅੰਨਦਾਤੇ ਦੀ ਲਲਕਾਰ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਤੇ ਕਹਿਣਾ ਇਹੀ ਹੈ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਉਦੋਂ ਤੱਕ ਸੰਘਰਸ਼ ਵੀ ਜਾਰੀ ਰਹਿਣਗੇ। ਤੇ ਹੁਣ ਗੱਲ ਕਰਦੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੇ #AskCaptain ਪ੍ਰੋਗਰਾਮ ਰਾਹੀਂ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਦੇ ਮੁੱਦੇ ਤੇ ਆਪਣੀ ਗੱਲ ਰੱਖੀ। ਕਿਹਾ ਕਿ ਕੇਂਦਰ ਆੜਤੀਆਂ ਦਾ ਸਿਸਟਮ ਜੋ ਹੈ ਉਹ ਖਤਮ ਕਰ ਰਹੀ ਹੈ। ਸਰਕਾਰ ਨੇ MSP ਬੰਦ ਕਰਨ ਦੀ ਵੀ ਗੱਲ ਆਖੀ ਹੈ, ਜਦਕਿ ਕਾਂਗਰਸ ਸਰਕਾਰ ਤਾਂ ਹਰ ਸਾਲ MSP ਦੇ ਵਿੱਚ ਵਧਾਵਾ ਕਰਦੀ ਆਈ ਸੀ। ਪੰਜਾਬ ਸਰਕਾਰ ਨੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕੀਤਾ। ਵਿਧਾਨ ਸਭਾ ਦੇ ਅੰਦਰ ਤਾਂ ਵਿਰੋਧੀ ਧਿਰ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਨਜ਼ਰ ਆਏ ਸੀ, ਪਰ ਬਾਅਦ ਦੇ ਵਿੱਚ ਉਹਨਾਂ ਦਾ ਸਟੈਂਡ ਬਦਲ ਗਿਆ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੁੱਦੇ ਤੇ ਸਿਆਸਤ ਛੱਡਣ ਦੀ ਅਪੀਲ ਸੀਐਮ ਕੈਪਟਨ ਨੇ ਕੀਤੀ। ਰਿਸ਼ਤਾ ਸੀਗਾ ਆੜਤੀਏ ਦਾ ਔਰ ਕਿਸਾਨ ਦਾ, ਉਹ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਨੂੰ ਖਤਮ ਕਰਾਂਗੇ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਅਗਰ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਕਰੋ, ਲੇਕਿਨ ਇਹ ਤਾਂ ਨਾ ਕਰੋ ਕਿ ਜਿਹੜੇ ਸਿਸਟਮ ਇੱਕ ਚੱਲਿਆ ਆਉਂਦਾ ਹੈ, ਇੱਕ ਪਰਿਵਾਰਿਕ ਸਾਂਝ ਹੈ, ਉਹ ਨਾ ਤੋੜਨ ਦੀ ਤੁਸੀਂ ਕਿਉਂ ਕੋਸ਼ਿਸ਼ ਕਰਿਓ। ਇਸ ਕਰਕੇ ਪੰਜਾਬ ਦਾ ਕਿਸਾਨ ਉੱਠਿਆ। ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੇ ਉੱਥੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਸਾਡੇ ਨਾਲ ਸਹਿਮਤ ਹੋ ਕੇ ਆਪਣੀ ਵੋਟ ਪਾਈ। ਸਾਡੇ ਨਾਲ ਫਿਰ ਗਏ ਗਵਰਨਰ ਸਾਹਿਬ ਕੋਲ ਔਰ ਉਹ ਬਿੱਲ ਦੀ ਕਾਪੀ ਅਸੀਂ ਫੜਾ ਕੇ ਆਏ ਕਿ ਅਸੈਂਬਲੀ ਨੇ ਪਾਸ ਕਰ ਦਿੱਤਾ, ਹੁਣ ਸਾਡੇ ਵੱਲੋਂ ਐਕਟ ਬਣ ਗਿਆ। ਗਵਰਨਰ ਸਾਹਿਬ ਤੁਸੀਂ ਹੁਣ ਇਸ ਨੂੰ ਰਾਸ਼ਟਰਪਤੀ ਜੀ ਕੋਲ ਭੇਜੋ ਔਰ ਉਸ ਨੂੰ ਕਰਵਾਓ। ਉਹਦੇ ਨਾਲ ਗਏ। ਅਗਲੇ ਦਿਨ ਦੋਨੋਂ ਹੀ ਮੁੱਕਰ ਗਏ, ਆਮ ਆਦਮੀ ਵੀ ਮੁੱਕਰ ਗਿਆ ਔਰ ਇਹ ਵੀ ਮੁੱਕਰ ਗਏ ਅਕਾਲੀ, ਕਿ ਨਹੀਂ ਜੀ ਅਸੀਂ ਨਹੀਂ ਇਹਦੇ ਹੱਕ 'ਚ, ਇਹ ਬਿੱਲ ਦੇ ਹੱਕ 'ਚ ਨਹੀਂ, ਅਸੀਂ ਪਾਰਲੀਮੈਂਟ ਇਸ ਅਸੈਂਬਲੀ ਦੇ ਹੱਕ 'ਚ ਨਹੀਂ। ਇਹਨਾਂ ਦੇ ਮਿਨਿਸਟਰ ਸੀ ਹਰਸਿਮਰਤ ਬਾਦਲ, ਉਹ ਬੈਠੀ ਸੀ ਉਸ ਕੈਬਨਿਟ ਵਿੱਚ ਜਿੱਥੇ ਇਹ ਆਰਡੀਨੈਂਸ ਦੇ ਘੜੇ ਗਏ ਸੀ ਔਰ ਫੈਸਲਾ ਕੀਤਾ ਸੀ, ਔਰ ਇਹਨੇ ਵੀ ਉੱਥੇ ਹਾਂ ਕੀਤੀ ਸੀ। ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਤਾ ਨਹੀਂ ਕਿਸਾਨ ਕਿਉਂ ਖਿਲਾਫ ਨੇ, ਉਹ ਤਾਂ ਇਹਦੇ ਨਵੇਂ ਕਾਨੂੰਨ ਨੇ ਉਹਨਾਂ ਦੇ ਹੱਕ 'ਚ ਨੇ। ਇਹ ਰੋਜ਼ ਇਹ ਕੇਜਰੀਵਾਲ ਆ ਦਿੱਲੀ ਵਾਲਾ ਔਰ ਦੂਜਾ ਇਹ ਆਪਣਾ ਭਗਵੰਤ ਮਾਨ ਔਰ ਸੁਖਬੀਰ ਬਾਦਲ ਇੱਕੋ ਹੀ ਗੱਲ ਕਹਿੰਦੇ ਨੇ ਕਿ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ। ਇਹ ਜਿਹੜਾ ਫੈਸਲਾ ਕੀਤਾ ਸੀ ਦਿੱਲੀ ਨੇ ਔਰ ਇੱਕ ਕਮੇਟੀ ਬਣਾਈ ਸੀ ਫੈਸਲੇ ਕਰਾਉਣ ਵਾਸਤੇ, ਉਹਦੇ ਵਿੱਚ ਕਾਂਗਰਸ ਦੀ ਸਰਕਾਰ, ਪੰਜਾਬ ਸਰਕਾਰ ਵੀ ਉਹਦੇ ਹਿੱਸੇਦਾਰ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਵਾਰ, ਇਹ ਟੋਟਲ ਝੂਠ ਹੈ। ਉਧਰ ਫਾਜ਼ਿਲਕਾ ਤੇ ਗੰਗਾਨਗਰ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ 30,000 ਲੀਟਰ ਨਜਾਇਜ਼ ਸ਼ਰਾਬ ਤੇ 80 ਭੱਠੀਆਂ ਨਸ਼ਟ ਕੀਤੀਆਂ ਗਈਆਂ ਨੇ। ਗੰਗ ਕਨਾਲ ਨਹਿਰ ਨੇੜੇ ਸ਼ਰਾਬ ਨਸ਼ਟ ਕੀਤੀ ਗਈ। ਤੇ ਹੁਣ ਖਬਰ ਬਟਾਲਾ ਤੋਂ, ਜਿੱਥੇ ਕਾਦੀਆਂ ਵਿਖੇ ਇੱਕ 3 ਮੰਜ਼ਿਲਾ ਦੁਕਾਨ ਦੇ ਵਿੱਚ ਅੱਗ ਲੱਗ ਗਈ। ਅੱਗ ਇੰਨੀ ਖਤਰਨਾਕ ਸੀ ਕਿ ਕਾਬੂ ਪਾਉਣ ਦੇ ਲਈ ਪੂਰੀ ਰਾਤ ਲੱਗ ਗਈ।
ਇਸ ਤੋਂ ਬਾਅਦ ਮੌਕੇ ਤੇ ਵਿਧਾਇਕ ਫਤਿਹ ਜੰਗ ਬਾਜਵਾ ਪਹੁੰਚੇ ਤੇ ਅਕਾਲੀ ਦਲ ਦੇ ਆਗੂ ਗੁਰਿਕਪਾਲ ਸਿੰਘ ਵੀ ਪਹੁੰਚੇ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਦੁਕਾਨ ਮਾਲਕ ਦੀ ਵਿੱਤੀ ਮਦਦ ਜ਼ਰੂਰ ਕੀਤੀ ਜਾਏਗੀ। ਬਟਾਲਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਪ੍ਰੇਮਨਗਰ ਦੇ ਵਿੱਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਘਰ ਦੇ ਮਾਲਕਾਂ ਸਣੇ 3 ਲੜਕੀਆਂ ਤੇ 5 ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਪਾਇਆ ਗਿਆ। ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਭਾਈ, ਸਾਨੂੰ ਪੂਰੀ ਜਾਣਕਾਰੀ ਸੀਗੀ। ਅਸੀਂ ਅੱਜ ਤੋਂ ਕੋਈ 2 ਮਹੀਨੇ ਪਹਿਲਾਂ ਲਿਖਤੀ ਰਿਪੋਰਟ ਵੀ ਦੇ ਕੇ ਆਏ ਹਾਂ। ਕਿਹਨਾਂ ਨੂੰ? ਮੈਡਮ ਨੂੰ, ਡੀਐਸਪੀ ਨੂੰ, ਸਿਟੀ ਦੀ ਨੂੰ। ਅੱਛਾ ਜੀ। ਤੇ ਉਹਨਾਂ ਨੇ ਵੀ ਇੱਕ ਵਾਰੀ ਕਾਰਵਾਈ ਵਿੱਚ ਹੋਈ ਸੀ ਤੇ ਪਰ ਬੰਦੇ ਫੇਰ ਛੱਡ ਦਿੱਤੇ। ਅੱਛਾ। ਇਹ ਜਨਾਨੀ ਪੂਰੀ ਹਿੱਕ ਦੇ ਜ਼ੋਰ ਦੇ ਨਾਲ ਕੰਮ ਕਰ ਰਹੀ ਹੈ। ਸਾਰਾ ਮਹੱਲਾ ਇਹ ਤੋਂ ਬਹੁਤ ਦੁਖੀ ਸੀਗਾ। ਧੰਦਾ ਕਰਦੀ ਆ ਬਦਕਾਰੀ ਦਾ, ਮਤਲਬ ਉੱਥੇ ਲੜਕਿਆਂ ਨੂੰ ਸੱਦ ਕੇ ਤੇ ਗਲਤ ਧੰਦਾ ਕਰਾਉਂਦੀ ਹੈ। ਉਸ ਮੁਕਤੀ ਦਾ ਰਜਿਸਟ੍ਰੇਸ਼ਨ ਕਰਕੇ 378 ਨੰਬਰ ਮੁਕੱਦਮਾ ਦਰਜ ਕਰਕੇ ਤੇ ਫਿਰ ਅਸੀਂ ਰੇਡ ਕੀਤਾ ਸੀ। ਉੱਥੇ ਅਸੀਂ 5 ਲੜਕੇ ਤੇ 3 ਲੜਕੀਆਂ ਜਿਹੜੀਆਂ ਨੇ ਉਹ ਉੱਥੋਂ ਮਿਲੀਆਂ ਨੇ ਤੇ ਉਹ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ। ਅਜੇ ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਬਰਿੰਦਰ ਕੌਰ ਵਾਈਫ ਆਫ ਨਾਨਕ ਸਿੰਘ ਦੇ ਖਿਲਾਫ ਦਰਜ ਕੀਤਾ ਗਿਆ ਤੇ ਬਾਕੀ ਬਰਾਮਦਗੀ ਜਿਹੜੀ ਉਹ ਤੋਂ 5 ਤੇ 3 ਟੋਟਲ 8 ਦੋਸ਼ੀ ਨੇ। ਉਧਰ ਮਾਨਸਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਵੱਲੋਂ ਪਿੰਡ-ਪਿੰਡ ਜਾ ਕੇ 26 ਦਸੰਬਰ ਨੂੰ ਦਿੱਲੀ ਦੇ ਵਿੱਚ ਸੰਘਰਸ਼ 'ਚ ਸ਼ਾਮਲ ਹੋਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦਿੱਲੀ 'ਚ ਸੰਘਰਸ਼ ਦੌਰਾਨ ਜੇ ਕਿਸਾਨ ਜੋ ਮਾਰੇ ਗਏ ਨੇ ਉਹਨਾਂ ਨੂੰ ਵੀ ਸ਼ਰਧਾਂਜਲੀ ਇਸ ਦੌਰਾਨ ਦਿੱਤੀ ਗਈ ਤੇ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤਿੱਖੇ ਹੋਣਗੇ ਤੇ ਇਸ ਲਈ ਹੋਰ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਣਾ। ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਦੇ ਫੁੱਲ ਅਸੀਂ ਨਗਰ ਕਲਾਂ ਵੱਲੋਂ ਭੇਟ ਕਰਦੇ ਹਾਂ, ਕਿਉਂਕਿ ਸਰਕਾਰਾਂ ਤਾਂ ਸੰਘਰਸ਼ੀਆਂ ਨੂੰ ਹਮੇਸ਼ਾ ਹੀ ਅੱਤਵਾਦੀ ਜਾਂ ਵੱਖਵਾਦੀ ਦਾ ਨਾਂ ਦਿੰਦੇ ਨੇ, ਪਰ ਸਾਡੇ ਕੌਮ ਦੇ ਉਹ ਸਾਡੇ ਵਾਸਤੇ ਕਿਸਾਨਾਂ ਦੇ ਹੱਕਾਂ ਵਾਸਤੇ ਲੜਨ ਵਾਲੇ ਸਾਡੇ ਵਾਸਤੇ ਉਹ ਸ਼ਹੀਦ ਨੇ। ਉੱਥੇ ਲਗਭਗ ਘੱਟ ਤੋਂ ਘੱਟ ਵੀ 35-40 ਜਿਹੜੇ ਨੌਜਵਾਨ ਤੇ ਸਾਡੇ ਬਜ਼ੁਰਗ ਉੱਥੇ ਸ਼ਹੀਦ ਹੋਏ ਨੇਗੇ। ਸਰਕਾਰਾਂ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੰਦੀਆਂ, ਅਸੀਂ ਸ਼ਹੀਦਾਂ ਦਾ ਦਰਜਾ ਜਥੇਬੰਦੀਆਂ ਵਾਲੇ ਦਿੰਦੇ ਹੈਗੇ, ਕਿਉਂਕਿ ਅਸੀਂ ਅੱਜ 3 ਦਿਨ ਹੋ ਗਏ ਸਾਨੂੰ ਲੱਗਿਆ ਨੂੰ 3-4 ਦਿਨਾਂ ਤੋਂ ਲੈ ਕੇ ਅਸੀਂ ਸ਼ਰਧਾਂਜਲੀਆਂ ਨੇ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਜਾ ਕੇ ਉਹ ਸਾਡੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀਆਂ ਪਿੰਡਾਂ ਦੇ ਵਿੱਚ ਜਾ ਕੇ ਦਿੰਦੇ ਹਾਂ। ਹਰੇਕ ਪਿੰਡ ਦੇ ਵਿੱਚ ਜਾਂਦੇ ਹਾਂ, ਸਾਰੇ ਪਿੰਡਾਂ ਦੇ ਵਿੱਚ ਸਾਡੇ ਉਹ ਸ਼ਹੀਦ ਨੇ ਸਾਡੇ ਦੇ ਲਈ। ਮੋਦੀ ਸਰਕਾਰ ਦੇ ਖਿਲਾਫ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਪਿੱਛੇ ਨਹੀਂ ਮੁੜਾਂਗੇ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਵੀ ਧਰਨੇ ਤੇ ਬੈਠੇ ਕਿਸਾਨਾਂ ਨੂੰ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 5 ਕਿਸਾਨ ਭੁੱਖ ਹੜਤਾਲ ਤੇ ਵੀ ਇੱਥੇ ਬੈਠੇ ਨੇ। ਵੱਖੋ-ਵੱਖ ਜਥੇਬੰਦੀਆਂ ਦੇ 5 ਕਿਸਾਨ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਤੇ ਬੈਠਦੇ ਨੇ। ਇਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਇੱਕ ਸਮੇਂ ਦਾ ਖਾਣਾ ਨਹੀਂ ਬਣਿਆ। ਇਸ ਦੌਰਾਨ ਕੀ ਕੁਝ ਕਿਹਾ ਗਿਆ ਇਸ ਮੰਚ ਤੋਂ ਵੀ ਸੁਣ ਲੈਂਦੇ ਹਾਂ। ਕਿਸਾਨ ਦਿਵਸ ਕਿਸਾਨ ਦੇ ਦਿਨ ਦੇ ਤੌਰ ਤੇ ਮਨਾਇਆ ਜਾ ਰਿਹਾ। ਜਥੇਬੰਦੀਆਂ ਦੇ ਸੱਦੇ ਦੇ ਉੱਤੇ ਅੱਜ ਸਾਰੇ ਹੀ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਭੁੱਖ ਹੜਤਾਲ ਦਾ ਜਿਹੜਾ ਸੱਦਾ ਸੀਗਾ ਉਹਦੇ ਤਹਿਤ ਮਾਨਸਾ ਦੇ ਵਿੱਚ ਸਾਂਝੇ ਮੋਰਚੇ ਵੱਲੋਂ ਜਿਹੜੀਆਂ 30 ਕਿਸਾਨ ਜਥੇਬੰਦੀਆਂ ਦਾ ਚੱਲ ਰਿਹਾ ਉਸੇ ਅਧੀਨ ਜਿਹੜੀ ਅੱਜ ਭੁੱਖ ਹੜਤਾਲ ਕੀਤੀ ਗਈ ਹੈ ਤਾਂ ਕਿ ਜਿਹੜੀ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰ ਸਕੀਏ ਵੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ। ਕਿਸਾਨਾਂ ਨਾਲ ਬੈਠ ਕੇ ਇਸ ਸੰਬੰਧ ਦੇ ਵਿੱਚ ਗੱਲ ਕਰੀਏ। ਜਦੋਂ ਪੂਰਾ ਦੇਸ਼ ਦਾ ਕਿਸਾਨ ਨਹੀਂ ਟੋਟਲ ਲੋਕ ਇਸ ਕਾਨੂੰਨ ਨੂੰ ਚਾਹੁੰਦੇ ਨਹੀਂ, ਰੱਦ ਕਰਾਉਣਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੇ ਇਹ ਰੱਦ ਕਰ ਦੇਣੇ ਚਾਹੀਦੇ ਨੇ। ਉਧਰ ਫਾਜ਼ਿਲਕਾ ਦੇ ਵਿੱਚ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਦੇ ਲਈ ਨੌਜਵਾਨ ਅੱਗੇ ਆਏ ਤੇ ਇਸ ਦੌਰਾਨ ਨੌਜਵਾਨਾਂ ਨੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਦੀ ਸੇਵਾ ਕੀਤੀ। ਉਹਨਾਂ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ। ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਆਪਣੇ ਪੱਧਰ ਤੇ ਸੁਵਿਧਾਵਾਂ ਦੇਣਗੇ। ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਜਿਹੜੇ ਹੈਗੇ ਸ਼ਹੀਦੀ ਦਿਨ ਚੱਲ ਰਹੇ ਨੇ, ਜਿਸ ਨੂੰ ਮੁੱਖ ਰੱਖਦੇ ਹੋਏ ਅਸੀਂ ਫਾਜ਼ਿਲਕਾ 'ਚ ਆਪਸੀ ਸਾਥੀਆਂ ਦੇ ਸਹਿਯੋਗ ਦੇ ਨਾਲ ਜੋ ਹੈ ਇੱਕ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਪਦੇਸ਼ ਸੀਗਾ 13-13 ਤੋਲਣ ਵਾਲਾ, ਉਸ ਦੇ ਤਹਿਤ ਜਿਹੜਾ ਹੈਗਾ 13-13 ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ, ਜਿਸ ਦੇ ਤਹਿਤ ਅਸੀਂ ਸਮਾਜ ਸੇਵਾ ਦੇ ਕੰਮ ਸ਼ੁਰੂ ਕਰਨੇ ਨੇ ਤੇ ਅੱਜ ਤੋਂ ਅਸੀਂ ਜਿਹੜੇ ਕਰ ਦਿੱਤੇ ਨੇ। ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਵੈਲਫੇਅਰ ਸੁਸਾਇਟੀ 13-13 ਵੈਲਫੇਅਰ ਸੁਸਾਇਟੀ ਬਣਾਈ ਹੈ, ਜਿੰਦੇ ਵਿੱਚ ਅਸੀਂ ਆਦਾ ਟੀਚਰ ਰੱਖਿਆ ਵੀ ਗਰੀਬਾਂ ਦੀ ਤੇ ਲੋੜਵੰਦਾਂ ਦੀ ਜਿਹੜੀ ਸਹਾਇਤਾ ਕਰਨੀ। ਅੱਜ ਪਹਿਲੇ ਦਿਨ ਸਿਵਲ ਹਸਪੀਟਲ ਫਾਜ਼ਿਲਕਾ ਵਿੱਚ ਜਾ ਕੇ ਤੇ ਜੋ ਉੱਥੇ ਮਰੀਜ਼ ਦਾਖਲ ਸੀ ਉਹਨਾਂ ਨੂੰ ਚਾਹ ਦਾ ਲੰਗਰ ਛਕਾਇਆ ਹੈ ਤੇ ਅੱਗੇ ਵੀ ਅਸੀਂ ਹਰ ਹਫ਼ਤੇ ਕੋਈ ਨਾ ਕੋਈ ਉਪਰਾਲਾ ਜਿਹੜਾ ਲੋੜਵੰਦਾਂ ਵਾਸਤੇ ਕਰਦੇ ਰਹਾਂਗੇ।
ਉਧਰ ਦੇਸ਼ ਖਾਤਰ ਜਾਨ ਗਵਾ ਚੁੱਕੇ ਸਾਡੇ ਜਵਾਨਾਂ ਨੂੰ ਯਾਦ ਕਰਦਿਆਂ ਹਰ ਸਾਲ ਵਿਜੇ ਦਿਹਾੜਾ ਮਨਾਇਆ ਜਾਂਦਾ ਹੈ, ਪਰ ਕਈ ਪਰਿਵਾਰ ਅਜਿਹੇ ਵੀ ਨੇ ਜਿਨ੍ਹਾਂ ਦੇ ਵੀਰ ਸਪੂਤ ਜੰਗ ਦੇ ਲਈ ਘਰੋਂ ਨਿਕਲੇ ਤਾਂ ਜ਼ਰੂਰ, ਪਰ ਅੱਜ ਤੱਕ ਉਹਨਾਂ ਦੀ ਕੋਈ ਸੂਹ ਹੀ ਨਹੀਂ ਮਿਲ ਸਕੀ ਹੈ। ਅਜਿਹੇ ਹੀ ਇੱਕ ਪਰਿਵਾਰ ਦੀ ਦਾਸਤਾਨ ਤੁਹਾਨੂੰ ਸੁਣਾਉਂਦੇ ਹਾਂ। 1971 ਦੀ ਜੰਗ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਖੁਰਦ ਦੇ ਰਹਿਣ ਵਾਲੇ ਨਾਇਕ ਵੀਰ ਸਿੰਘ ਦੇ ਘਰ ਅੱਜ ਵੀ ਉਹਨਾਂ ਦੀ ਉਡੀਕ ਕੀਤੀ ਜਾਂਦੀ ਹੈ। ਪਰਿਵਾਰ ਨੂੰ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਨਾਇਕ ਵੀਰ ਸਿੰਘ ਜ਼ਰੂਰ ਘਰ ਹੋਣਗੇ, ਕਿਉਂਕਿ ਨਾਇਕ ਵੀਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਜ ਤੱਕ ਨਾ ਤਾਂ ਵੀਰ ਸਿੰਘ ਦੀ ਡੈੱਡ ਬਾਡੀ ਮਿਲੀ ਹੈ ਤੇ ਨਾ ਹੀ ਵੀਰ ਸਿੰਘ ਦਾ ਕੁਝ ਪਤਾ ਹੀ ਲੱਗ ਪਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਨਾਇਕ ਵੀਰ ਸਿੰਘ ਦੀ ਪਾਕਿਸਤਾਨ ਤੋਂ ਵਾਪਸੀ ਅਤੇ ਪਰਿਵਾਰ ਦੀ ਮਦਦ ਲਈ ਵਾਅਦੇ ਤਾਂ ਕੀਤੇ, ਪਰ ਪਰਿਵਾਰ ਅੱਜ ਵੀ ਬਦਹਾਲੀ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੈ। ਸਵਾਏ ਪੈਨਸ਼ਨ ਦੇ ਉਹਨਾਂ ਨੂੰ ਕੁਝ ਨਹੀਂ ਮਿਲਿਆ। ਇਹ ਬੇਟੇ 71 ਦੀ ਲੜਾਈ ਵੇਲੇ ਜੰਗ 'ਚ ਗਏ ਸੀਗੇ, ਮੈਂ ਵੀ ਨਾਲ ਹੀ ਰਹਿੰਦੀ ਸੀ। ਉਦੋਂ ਕੁਆਟਰ ਖਾਲੀ ਕਰਾਏ ਤੇ ਮੈਨੂੰ ਛੱਡ ਗਏ। ਉਸ ਤੋਂ ਬਾਅਦ ਅੱਜ ਤੱਕ ਨਹੀਂ ਪਰਤੇ। ਗਵਰਨਮੈਂਟ ਮੈਨੂੰ ਚਿੱਠੀਆਂ ਤੇ ਭਰੋਸਾ ਹੀ ਦਵਾਈ ਜਾਂਦੇ ਆ। ਜ਼ਰੂਰਤ ਹੈ ਸਮੇਂ ਦੀਆਂ ਸਰਕਾਰਾਂ ਨੂੰ ਅਜਿਹੇ ਲਾਪਤਾ ਵੀਰ ਜਵਾਨਾਂ ਦੀ ਪੜਤਾਲ ਕਰ ਉਹਨਾਂ ਦੀ ਭਾਲ ਦੇ ਲਈ ਠੋਸ ਕਦਮ ਚੁੱਕੇ ਜਾਣ ਦੀ ਉਮੀਦ ਹੈ ਕਿ ਨਾਇਕ ਵੀਰ ਸਿੰਘ ਦੇ ਪਰਿਵਾਰ ਦੀ ਚਿਰਾਂ ਦੀ ਉਡੀਕ ਜਲਦ ਹੀ ਖਤਮ ਹੋ ਪਾਏਗੀ ਤੇ ਇੱਕ ਨਾ ਇੱਕ ਦਿਨ ਨਾਇਕ ਦੀ ਜ਼ਰੂਰ ਘਰ ਵਾਪਸੀ ਹੋ ਪਾਏਗੀ। ਮਾਨਸਾ ਤੋਂ ਵਿਨੋਦ ਗੋਇਲ ਦੀ ਰਿਪੋਰਟ, ਜ਼ੀ ਮੀਡੀਆ। ਇੱਥੇ ਰੁਕ ਕਰਾਂਗੇ ਵੱਡੀ ਖਬਰ ਦਾ। ਬਾਰਾਮੂਲਾ ਦੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ ਹੈ। ਤੁਹਾਨੂੰ ਦੱਸ ਦਈਏ ਕੀਰੀ ਇਲਾਕੇ ਦੇ ਵਿੱਚ ਮੁੱਠਭੇੜ ਹੋਈ ਹੈ। 2-3 ਦਹਿਸ਼ਤਗਰਦ ਹੋਣ ਦਾ ਖਦਸ਼ਾ ਵੀ ਜਤਾਇਆ ਗਿਆ ਹੈ। ਸੈਨਾ, ਸੀਆਰਪੀਐਫ ਤੇ ਪੁਲਿਸ ਦਾ ਸਾਂਝਾ ਆਪਰੇਸ਼ਨ ਜਾਰੀ ਹੈ। ਇਹਨਾਂ ਖਬਰਾਂ ਦੇ ਨਾਲ ਇਸ ਬੁਲੇਟਿਨ ਦੇ ਵਿੱਚ ਵੀ ਇੰਨਾ ਹੀ। ਤੁਸੀਂ ਬਣੇ ਰਹੋ ਜ਼ੀ ਮੀਡੀਆ ਦੇ ਨਾਲ ਤੇ ਮੈਨੂੰ ਅੰਮ੍ਰਿਤਾਂ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।